ਵੱਡੀ ਖਬਰ ਦਾ ਰੁਖ ਕਰਦੇ ਹਾਂ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੀਜੀਆਈ ਦੇ ਵਿੱਚ ਭਰਤੀ ਨੇ। ਥੋੜੀ ਦੇਰ ਪਹਿਲਾਂ ਪੀਜੀਆਈ ਲਿਆਂਦੇ ਗਏ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਕਈ ਤਰ੍ਹਾਂ ਦੇ ਟੈਸਟ ਹੋ ਰਹੇ ਨੇ। पेट संबंधी कई तरह के टैसट उन्होंने किए जा रहे हैं। दस दईए कि 93 वरियां दे प्रकाश सिंह बादल काफी समय तो सियासी सरगर्मियां तो भी दूरी बनाए हुए ने, क्योंकि तबीयत काफी ज्यादा उन्होंने पिछले समय तो खराब सी, इसलिए किसी समागम दे विच शिरकत नहीं करते सी, कोई स्टेज सांझी नहीं करते सी। तो फिलहाल अज उन्होंने तबीयत विगड़न ते उन्होंने लियांदा गया है पीजीआई। उन्होंने टैसट फिलहाल हो रहे हैं। उमेश मेरे सहयोगी ज्यादा जानकारी लिए जुड़े ने। तो उमेश, फिलहाल कोई जानकारी मिल पाई है कि आखिरकार की तकलीफ सी, उन्होंने क्यों लियांदा गया है ते फिलहाल किहड़े-किहड़े टैसट हो रहे हैं? अमृत, जिद्दां कि ਅਸੀਂ ਜਾਣਕਾਰੀ ਦਿੱਤੀ ਸੀ ਕਿ ਪੌਣੇ 10 ਵਜੇ ਪੀਜੀਆਈ ਉਹਨਾਂ ਨੂੰ ਲਿਆਇਆ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਨੂੰ, ਤੇ ਪੈਟ ਸਕੈਨ ਯਾਨੀ ਕਿ ਪੈਟ ਸਕੈਨਿੰਗ ਡਿਪਾਰਟਮੈਂਟ ਹੁੰਦਾ ਹੈ ਜਿਹਦੇ ਵਿੱਚ ਟੈਸਟ ਹੁੰਦੇ ਨੇ, ਪਤਾ ਲੱਗਦਾ ਕਿ ਕਿਆ ਸਰੀਰ 'ਚ ਕੋਈ ਕੈਂਸਰ ਦਾ ਕੋਈ ਏਦਾਂ ਦੀ ਕੋਈ ਤਕਲੀਫ ਜਾਂ ਜਿਹੜੀ ਕੈਂਸਰ ਦੀ ਕੋਈ ਰੀਜ਼ਨ ਤਾਂ ਨਹੀਂ ਕੋਈ, ਉਹਦੇ ਲਈ ਪੈਟ ਸਕੈਨ ਜਿਹੜੇ ਹੁੰਦੇ ਨੇ ਉਹ ਟੈਸਟ ਹੁੰਦਾ ਹੈ। ਤੇ ਉਹਦੇ ਲਈ ਟਾਈਮ ਵੀ ਲੱਗਦਾ ਕਿਉਂਕਿ ਪਹਿਲਾਂ ਮੈਡੀਸਿਨ ਦੇਣੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਟੈਸਟ ਹੁੰਦਾ ਹੈ ਔਰ ਰਿਪੋर्ट ਆਉਣ 'ਚ ਵੀ ਕਾਫੀ टाइम लगता है। तो सारा प्रोसीजर एक कह लो थोड़ा जहा लंबा जरूर है, इस करके उन्होंने उत्थे 1-2 घंटे उत्थे रुकना पएगा। और क्योंकि जिस हिसाब नाल पिछले काफ़ी समय तो सारे नूं पता ही है कि उन्होंने जिहड़ी तबीयत है, क्योंकि काफ़ी नासाज रहिंदी है, तो वो बड़े घट ही कित्थे चाहे पोलिटिकल कोई उन्होंने फंक्शन हो या सोशल फंक्शन हो, उन्होंने दूरी बनाई हुई है और उन्होंने सेहत का भी काफ़ी ध्यान रखा जाता है। और इस करके उन्होंने पीजीआई अज लिया गया। उन्होंने पैट स्कैन का जिहड़ा है टैसट वो चलते हैं जी। उमेश, शुक्रिया फिलहाल इस तमाम जानकारी दे लई। तां फिलहाल टेस्ट जो ने प्रकाश सिंह बादल दे कीते जा रहे हैं। थोड़ी ही देर दे विच पता लगेगा कि आखिरकार किहड़ी कोई समस्या उन्होंने, कोई गंभीर समस्या दे नाल तां नहीं शरीर उन्हां दा जूझ रहा, पर काफ़ी समय तो सेहत उन्हां दी नासाज सी, इसलिए सियासी सरगर्मियां तो भी उन्होंने दूरी बनाई हुई सी। फिलहाल पीजीआई दे विच भर्ती ने प्रकाश सिंह बादल। ਤਾਂ किसान अंदोलन ਦੇ ਵਿਚਾਲੇ लगातार केंद्र सरकार ਦੀ ਕੋਸ਼ਿਸ਼ ਹੈ ਕਿਸਾਨਾਂ ਨੂੰ ਇਹ ਦੱਸਣ ਦੀ, ਇਹ ਸਮਝਾਉਣ ਦੀ ਕਿ ਖੇਤੀ ਕਾਨੂੰਨ ਉਹਨਾਂ ਦੇ ਹੱਕ ਦੇ ਵਿੱਚ ਨੇ। ਇਸ ਲਈ ਲਗਾਤਾਰ ਖੇਤੀਬਾੜੀ ਮੰਤਰੀ ਸਰਗਰਮ ਨੇ, ਕਦੇ ਚਿੱਠੀਆਂ ਲਿਖਦੇ ਨੇ ਤੇ ਕਦੇ ਟਵੀਟ ਦਾ ਸਿਲਸਿਲਾ ਜਾਰੀ ਹੈ। ਹੁਣ ਇੱਕ ਵਾਰ ਫਿਰ ਤੋਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਟਵੀਟ ਕੀਤਾ ਹੈ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੋ ਰਹੇ ਕੂੜ ਪ੍ਰਚਾਰ ਤੋਂ ਬਚਣ ਦੀ ਸਲਾਹ ਦਿੱਤੀ ਹੈ। ਤੋਮਰ ਨੇ ਕਿਹਾ ਕਿਸਾਨਾਂ ਦੇ ਨਾਲ ਖੜੀ ਹੈ ਮੋਦੀ ਸਰਕਾਰ ਤੇ ਹਰ ਕਦਮ ਤੇ ਕਿਸਾਨਾਂ ਦਾ ਸਾਥ ਦੇ ਰਹੀ ਹੈ। ਇਸ ਤੋਂ ਪਹਿਲਾਂ ਕੱਲ ਨਰਿੰਦਰ ਤੋਮਰ ਨੇ ਕਿਸਾਨਾਂ ਦੇ ਨਾਮ ਖੁੱਲੀ ਚਿੱਠੀ ਲਿਖੀ ਸੀ। 8 ਪੰਨਿਆਂ ਦੀ ਇਸ ਖੁੱਲੀ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਖੇਤੀ ਕਾਨੂੰਨਾਂ ਦੇ ਕੀ ਫਾਇਦੇ ਨੇ, ਐਮਐਸਪੀ ਜਾਰੀ ਸੀ, ਜਾਰੀ ਰਹੇਗੀ, ਏਪੀਐਮਸੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਵੀ ਇਹ ਚਿੱਠੀ ਪੜ੍ਹਨ ਦੀ ਅਪੀਲ ਜੋ ਲੋਕਾਂ ਨੂੰ ਕੀਤੀ ਸੀ, ਕਿਸਾਨਾਂ ਨੂੰ ਕੀਤੀ ਸੀ। ਤੇ ਹੁਣ ਟਵੀਟ ਕੀਤਾ ਗਿਆ ਹੈ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਵੱਲੋਂ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੋ ਰਹੇ ਕੂੜ ਪ੍ਰਚਾਰ ਤੋਂ ਬਚਣ ਦੀ ਸਲਾਹ ਦਿੱਤੀ ਗਈ ਸੀ। ਤਾਂ ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕੱਲ ਕਿਸਾਨਾਂ ਦੇ ਨਾਮ ਖੁੱਲੀ ਚਿੱਠੀ ਲਿਖੀ, ਜਿਸ 'ਚ ਉਹਨਾਂ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੋਂ ਦੂਰ ਰਹਿਣ ਦੇ ਲਈ ਕਿਹਾ ਸੀ। मैं लगातार तुहाडे संपर्क 'ਚ ਹਾਂ। बीते दिन मेरी ਵੱਖ-ਵੱਖ सूबिਆਂ ਦੀਆਂ किसान ਜਥੇਬੰਦੀਆਂ ਨਾਲ ਗੱਲਬਾਤ ਹੋਈ ਹੈ। ਕਈ ਕਿਸਾਨ ਜਥੇਬੰਦੀਆਂ ਨੇ ਇਹਨਾਂ ਖੇਤੀ ਸੁਧਾਰਾਂ ਦਾ ਸਵਾਗਤ ਕੀਤਾ ਹੈ। ਉਹ ਇਸ ਤੋਂ ਬਹੁਤ ਖੁਸ਼ ਨੇ। ਕਿਸਾਨਾਂ ਨੂੰ ਇੱਕ ਨਵੀਂ ਉਮੀਦ ਮਿਲੀ ਹੈ। ਪਰ ਇਹਨਾਂ ਖੇਤੀ ਸੁਧਾਰਾਂ ਦਾ ਦੂਜਾ ਪੱਖ ਇਹ ਵੀ ਹੈ, ਕੁਝ ਕਿਸਾਨ ਜਥੇਬੰਦੀਆਂ 'ਚ ਇਹਨਾਂ ਖੇਤੀ ਸੁਧਾਰਾਂ ਕਾਨੂੰਨਾਂ ਨੂੰ ਲੈ ਕੇ ਭਰਮ ਪੈਦਾ ਕੀਤਾ ਜਾ ਰਿਹਾ ਹੈ। ਦੇਸ਼ ਦਾ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਕਿਸਾਨ ਦਾ ਭਰਮ ਦੂਰ ਕਰਾਂ, हर किसान की चिंता दूर करा। मेरा फर्ज है कि किसान अते किसानां विचाले दिल्ली अते आस पास के इलाके जो झूठ की दीवार बनाने की साजिश रची जा रही है, उसकी सच्चाई अते सही तत्थ तुहाडे सामने रखां। किसान भरावां नूं गुमराह करना अते उन्हां 'ਚ भरम पैदा करन दा काम कीता जा रहा है। साडे किसान भरावां भैणां 'ਚ खेती कानूनां नूं लैके जो भरम हन, उन्हां नूं दूर करना साडा फर्ज है। जिन्हां लोकां ने 1962 की जंग 'ਚ देश की विचारधारा का विरोध किया सी, उही लोग किसानां नूं परदे दे पिछों गुमराह कर रहे ने। अज वो फिर तो 1962 की बोली बोल रहे ने। किसानां नूं उन्हां दीयां गल्लां 'ਚ नहीं आउणा चाहीदा। ਤੇ ਉਧਰ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਪਹੁੰਚਣ ਤੋਂ ਬਾਅਦ ਸੁਪਰੀਮ ਸੁਣਵਾਈ ਹੋਈ, ਜਿਸ ਤੋਂ ਬਾਅਦ ਹੁਣ ਕਿਸਾਨ ਵੀ ਸਰਗਰਮ ਹੋ ਗਏ ਨੇ। ਅੱਜ ਸੀਨੀਅਰ ਵਕੀਲਾਂ ਨੂੰ ਮਿਲੇਗਾ ਕਿਸਾਨਾਂ ਦਾ ਇੱਕ ਵਫਦ, 4 ਮੈਂਬਰੀ ਵਫਦ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਦੇ ਨਾਲ ਮੁਲਾਕਾਤ ਕਰਕੇ ਸਲਾਹ ਮਸ਼ਵਰਾ ਕਰੇਗਾ ਤੇ ਕੋਰਟ 'ਚ ਆਪਣਾ ਪੱਖ ਮਜ਼ਬੂਤੀ ਨਾਲ ਰੱਖਣ ਤੇ ਚਰਚਾ ਹੋਵੇਗੀ। ਇਹਨਾਂ ਵਕੀਲਾਂ ਦੇ ਪੈਨਲ 'ਚ ਪ੍ਰਸ਼ਾਂਤ ਭੂਸ਼ਣ, ਦੁਸ਼ਯੰਤ ਦਵੇ, ਐਚਐਸ ਫੂਲਕਾ ਤੇ ਕੋਲਿਨ ਗੁਲਾਸਵਿਸ ਦੇ
ਨਾਲ ਮੁਲਾਕਾਤ ਕੀਤੀ ਜਾਵੇਗੀ। ਇਹ ਮੁਲਾਕਾਤ ਤੋਂ ਬਾਅਦ ਜੋ ਅੱਗੇ ਦੀ ਚਰਚਾ ਹੋਵੇਗੀ ਕਿ ਕਿਸ ਤਰ੍ਹਾਂ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਕਿਸਾਨਾਂ ਨੇ ਰੱਖਣਾ ਹੈ, ਕਿਉਂਕਿ ਬਾਰ ਐਸੋਸੀਏਸ਼ਨ ਦੇ ਵੱਲੋਂ ਤਾਂ ਪਹਿਲਾਂ ਹੀ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਗਿਆ ਸੀ, ਪਰ ਹੁਣ ਇਹਨਾਂ ਸੀਨੀਅਰ ਵਕੀਲਾਂ ਦੇ ਜ਼ਰੀਏ ਕਿਸ ਤਰ੍ਹਾਂ ਤੱਥਾਂ ਦੇ ਆਧਾਰ ਤੇ ਜੋ ਕਿਸਾਨ ਆਪਣਾ ਪੱਖ ਰੱਖਣਗੇ ਉਸ ਦੇ ਬਾਰੇ ਚਰਚਾ ਕੀਤੀ ਜਾਵੇਗੀ। ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। 23 ਦਿਨਾਂ ਤੋਂ ਕਿਸਾਨ ਜੋ ਨੇ ਉਹ ਡਟੇ ਹੋਏ ਨੇ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ, ਪਰ ਦਿੱਲੀ ਸੀਲ ਨਹੀਂ ਕੀਤੀ ਜਾ ਸਕਦੀ, ਜਦਕਿ ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਅਸੀਂ ਦਿੱਲੀ ਸੀਲ ਨਹੀਂ ਕੀਤੀ ਹੋਈ, ਬਲਕਿ ਦਿੱਲੀ ਪੁਲਿਸ ਦੇ ਵੱਲੋਂ ਸਾਨੂੰ ਰੋਕਿਆ ਜਾ ਰਿਹਾ ਹੈ। ਅਸੀਂ ਜੰਤਰ ਮੰਤਰ ਧਰਨਾ ਦੇਣ ਜਾਣਾ ਚਾਹੁੰਦੇ ਸੀ, ਪਰ ਸਾਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਗਿਆ। ਤਾਂ ਹੁਣ ਕੋਰਟ ਦੇ ਵਿੱਚ ਕਿਸ ਤਰ੍ਹਾਂ ਆਪਣਾ ਪੱਖ ਮਜ਼ਬੂਤੀ ਦੇ ਨਾਲ ਰੱਖਣਾ ਹੈ, ਇਹ ਅੱਜ ਵਕੀਲਾਂ ਦੇ ਨਾਲ ਮੁਲਾਕਾਤ ਕਰਕੇ ਕਿਸਾਨ ਤੈਅ ਕਰਨਗੇ। ਮਾਨਯੋਗ ਸੁਪਰੀਮ ਕੋਰਟ ਵੱਲੋਂ ਨੋਟਿਸ ਇਸ਼ੂ ਹੋਇਆ, ਉਹਦੇ ਵਿੱਚ ਸਾਡੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੀ ਸ਼ਾਮਲ ਹੈ। ਅਸੀਂ ਮਾਨਯੋਗ ਉੱਚ ਅਦਾਲਤ ਤੋਂ ਅਪੀਲ ਕਰਦੇ ਹਾਂ ਕਿ ਸਰਕਾਰ ਤੋਂ ਸਾਨੂੰ ਕੋਈ ਉਮੀਦ ਨਹੀਂ ਰਹਿ ਗਈ। ਇਹ ਕੌੜਾ ਸੱਚ ਹੈ ਕਿ ਜਿਹੜੀ ਕੇਂਦਰ ਸਰਕਾਰ ਆ ਉਹਦਾ ਕਮਰਸ਼ੀਅਲਾਈਜ਼ੇਸ਼ਨ ਹੋ ਗਿਆ, ਰਾਜਨੀਤੀ ਦਾ ਜਿਹੜਾ ਵਪਾਰੀਕਰਨ ਹੋ ਚੁੱਕਾ। ਵੱਡੇ ਉਦਯੋਗਿਕ ਘਰਾਣਿਆਂ ਤੋਂ ਪੈਸੇ ਲੈ ਕੇ ਰਾਜਨੀਤਿਕ ਪਾਰਟੀਆਂ ਇਲੈਕਸ਼ਨ ਲੜਦੀਆਂ ਔਰ ਉਹਨਾਂ ਦੀ ਸੇਵਾ ਲਈ 5 ਸਾਲ ਗੁਜ਼ਾਰਦੀਆਂ। ਅਸੀਂ ਹੁਣ ਮਾਨਯੋਗ ਅਦਾਲਤ ਤੋਂ ਅਪੀਲ ਕਰਦੇ ਹਾਂ ਕਿ ਪਹਿਲਾਂ ਵੀ ਇਤਿਹਾਸ ਵਿੱਚ ਬਹੁਤੀ ਵਾਰੀ ਹੋਇਆ, ਸਰਕਾਰਾਂ ਦੇ ਗਲਤ ਫੈਸਲਿਆਂ ਨੂੰ ਮਾਨਯੋਗ ਉੱਚ ਅਦਾਲਤ ਨੇ ਰੱਦ ਕੀਤਾ, ਇਸੇ ਫੈਸਲੇ ਨੂੰ ਵੀ ਰੱਦ ਕੀਤਾ ਜਾਵੇ। ਤੇ ਪਹਿਲਾਂ ਜਿਵੇਂ ਬਹੁਤ ਵਾਰੀ ਹੋਇਆ ਕਿ ਕਈ ਵਾਰੀ ਸਾਰੀ ਰਾਤ ਵੀ ਅਦਾਲਤ ਚੱਲੀ ਹੈ, ਇਹ ਦੇਸ਼ ਮਾਨਯੋਗ ਉੱਚ ਅਦਾਲਤ ਦੇ ਜਿਹੜੇ ਵਕੀਲ ਨੇ ਸਾਡੇ, ਉਹਨਾਂ ਨੇ ਸਾਡਾ ਕੇਸ ਰੱਖਣਾ, ਪਰ ਅਸੀਂ ਆਵਾਜ਼ ਨਹੀਂ ਸੁਣੀ ਕਿਸੇ ਨੇ। विजय बरार मेरे सहयोगी ज्यादा जानकारी लिए जुड़े ने। तो विजय, फिलहाल की कुछ जानकारी मिल रही है कि किसानां दा वफद निकल चुका है वकीलां दे नाल मुलाकात करन दे लई? जी बिल्कुल, 10:30 ਦਾ ਸਮਾਂ ਅੰਮ੍ਰਿਤ ਰੱਖਿਆ ਗਿਆ ਸੀ। 10:30 ਵਜੇ ਜਿਹੜਾ 4 ਮੈਂਬਰੀ ਵਫਦ ਹੈ, ਜਿਹਦੇ ਚ ਬਲਬੀਰ ਸਿੰਘ ਰਾਜੇਵਾਲ, ਜਗਜੀਤ ਸਿੰਘ ਡੱਲੇਵਾਲ और एक एडवोकेट किरणजीत देखो और एक एडवोकेट प्रेम सिंह पंगू, ये 4 लीडर ने जिहड़े ये जा रहे ने करीब क्योंकि इत्थों घंटे 1.5 घंटे का तो रास्ता ही है ਸਿੰਘੂ ਬਾਰਡਰ ਤੋਂ। ਤਾਂ ਉੱਥੇ ਮੁਲਾਕਾਤ ਕਰੀਬ 12 ਤੋਂ 12:30 ਦੇ ਟਾਈਮ ਦੇ ਨੇੜੇ ਤੇੜੇ ਹੋਏਗੀ। और HS फूलका, प्रशांत भूषण, दुष्यंत दवे और ਜਿਹੜੇ कॉलिन गोंसाल्विस, ये 4 ਜਿਹੜੇ सीनियर लॉयर्स ने, ਇਹਨਾਂ ਦੇ ਨਾਲ ਇਹ ਮੁਲਾਕਾਤ ਕੀਤੀ ਜਾਵੇਗੀ। ਕੱਲ ਜਿਹੜੇ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤੇ ਨੇ, ਉਹਦੇ ਵਿੱਚ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਕਿ ਜਿਹੜੀਆਂ 8 ਕਿਸਾਨ ਜਥੇਬੰਦੀਆਂ ਜਿਨ੍ਹਾਂ ਨੂੰ ਉਹਨਾਂ ਨੇ ਧਿਰ ਬਣਨ ਦੀ ਆਗਿਆ ਦਿੱਤੀ ਹੈ ਸੁਪਰੀਮ ਕੋਰਟ ਨੇ, ਉਹਨਾਂ ਨੂੰ ਪਰਸਨਲੀ ਜਿਹੜੇ ਨੋਟਿਸ ਨੇ ਉਹ ਸਰਵ ਕੀਤੇ ਜਾਣ, ਤਾਂ ਕਿ ਉਹ ਧਿਰਾਂ ਜਦੋਂ ਬਣ ਜਾਣ ਉਹ ਆਪਣਾ ਪੱਖ ਰੱਖਣ। ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਅੱਗੇ ਕੋਈ ਕਦਮ ਚੱਕੇ। ਜਿਹੜੀ ਸਰਕਾਰ ਦੇ ਕੋਲੋਂ ਸੁਪਰੀਮ ਕੋਰਟ ਨੇ ਕੱਲ ਇਹ ਭਰੋਸਾ ਮੰਗਿਆ ਸੀ ਕੇਂਦਰ ਸਰਕਾਰ ਤੋਂ ਕਿ ਅਸੀਂ ਜੇ ਗੱਲਬਾਤ ਅੱਗੇ ਵਧਾਉਣੇ ਹੈ ਤਾਂ ਕੀ ਤੁਸੀਂ ਪਹਿਲਾਂ ਉਹਨਾਂ ਕਾਨੂੰਨਾਂ ਨੂੰ ਸਸਪੈਂਡ ਕਰ ਦਿਓ, ਉਹਨਾਂ ਕਾਨੂੰਨਾਂ ਨੂੰ ਲਾਗੂ ਹੋਣ ਤੋਂ ਰੋਕੋਗੇ। ਤਾਂ ਇਹ ਸਰਕਾਰ ਨੇ ਵੀ ਹਾਲੇ ਜਵਾਬ ਅੰਮ੍ਰਿਤ ਕੋਰਟ ਦੇ ਵਿੱਚ ਦੇਣਾ ਹੈ। ਕਿਤੇ ਨਾ ਕਿਤੇ ਸਰਕਾਰ ਇਹ ਖਦਸ਼ਾ ਜ਼ਰੂਰ ਜ਼ਾਹਿਰ ਕਰਦੀ ਰਹੀ ਹੈ। ਕੱਲ ਜਿਹੜੇ ਸਰਕਾਰ ਦੇ ਵਕੀਲ ਪੇਸ਼ ਹੋਏ ਸੀ, ਉਹਨਾਂ ਨੇ ਕਿਹਾ ਕਿ ਜੇ ਅਸੀਂ ਇਸ ਤਰੀਕੇ ਨਾਲ ਪਹਿਲਾਂ ਕਹਿ ਦਿਆਂਗੇ ਕਿ ਅਸੀਂ ਇਹ ਕਾਨੂੰਨ ਸਸਪੈਂਡ ਕਰਦੇ ਹਾਂ ਤਾਂ ਕੱਲ ਨੂੰ ਕਿਸਾਨਾਂ ਨੇ ਮੁੜ ਕੇ ਸਾਡੇ ਨਾਲ ਗੱਲ ਹੀ ਨਹੀਂ ਕਰਨੀ। ਸੋ ਇਸ ਤਰੀਕੇ ਦਾ ਸਰਕਾਰ ਨੇ ਖਦਸ਼ਾ ਜਤਾਇਆ ਸੀ, ਪਰ ਕਿਉਂਕਿ ਹੁਣ ਸੁਪਰੀਮ ਕੋਰਟ ਦਾ ਦਖਲ ਹੈ, ਸੋ ਐਸੇ ਵਿੱਚ ਇਹ ਨਹੀਂ ਲੱਗਦਾ ਕਿ ਕਿਸਾਨ ਕਿਤੇ ਉਸ ਤੋਂ ਬਾਅਦ ਗੱਲਬਾਤ ਕਰਨ ਤੋਂ ਵੀ ਮੁੱਕਰ ਜਾਣਗੇ। ਪਰ ਜਿਵੇਂ ਜਿਵੇਂ ਕਦਮ ਅੱਗੇ ਵਧਣਗੇ ਉਸ ਤੋਂ ਬਾਅਦ ਉਸੇ ਤਰੀਕੇ ਦੀ ਰਣਨੀਤੀ ਕਿਸਾਨ ਅਪਣਾਉਣਗੇ। ਇੱਕ ਗੱਲ ਪਹਿਲਾਂ ਜ਼ਰੂਰ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਕਹੀ ਸੀ ਕਿ ਸਾਨੂੰ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੁਝ ਮਨਜ਼ੂਰ ਨਹੀਂ ਹੈ, ਪਰ ਇਹ ਗੱਲ ਅੱਜ ਤੋਂ 4-5 ਦਿਨ ਪਹਿਲਾਂ ਦੀ ਸੀ ਜਦੋਂ ਬਿਲਕੁਲ ਗੱਲਬਾਤ ਰੁਕ ਗਈ ਸੀ ਸਰਕਾਰ ਤੇ ਕਿਸਾਨਾਂ ਦੇ ਵਿੱਚ। ਕਿਉਂਕਿ ਹੁਣ ਕੋਰਟ ਦੇ ਥਰੂ ਗੱਲਬਾਤ ਸ਼ੁਰੂ ਹੋਣ ਦਾ ਸਬੱਬ ਦੁਬਾਰੇ ਬਣਦਾ ਜਾ ਰਿਹਾ ਹੈ। ਤਾਂ ਕੱਲ ਫਿਰ ਅਸੀਂ ਸ਼ਾਮ ਨੂੰ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੂੰ ਪੁੱਛਿਆ ਸੀ ਕਿ ਹੁਣ ਅੱਗੇ ਦਾ ਰੁਖ ਕੀ ਰਹੇਗਾ, ਤਾਂ ਉਹਨਾਂ ਕਿਹਾ ਕਿ ਅਸੀਂ ਡੇ ਟੂ ਡੇ ਨਿਰਧਾਰਿਤ ਕਰਾਂਗੇ। ਜੋ ਸੁਪਰੀਮ ਕੋਰਟ ਦਾ ਨਜ਼ਰੀਆ ਹੋਏਗਾ, ਜੋ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਹੋਣਗੀਆਂ, ਉਸ ਦੇ ਨੁਕਤੇ ਹੋਣਗੇ, ਉਹਨਾਂ ਦੀ ਅਸੀਂ ਡੇ ਟੂ ਡੇ ਬੇਸਿਸ ਤੇ ਚਰਚਾ ਕਰਿਆ ਕਰਾਂਗੇ, ਸੀਨੀਅਰ ਵਕੀਲਾਂ ਦੇ ਨਾਲ ਰਾਏ ਮਸ਼ਵਰਾ ਕਰਾਂਗੇ। ਉਸ ਤੋਂ ਬਾਅਦ ਅਸੀਂ ਆਪਣੇ ਅੱਗੇ ਦੇ ਕਦਮ ਉਸੇ ਤਰੀਕੇ ਨਾਲ ਚੁੱਕਾਂਗੇ। ਇਹ ਕਹਿ ਸਕਦੇ ਹਾਂ ਅੰਮ੍ਰਿਤ ਕਿ ਇੱਕ ਤਰੀਕੇ ਨਾਲ ਰਾਹ ਬਣ ਜ਼ਰੂਰ ਰਿਹਾ ਔਰ ਉਮੀਦ ਹੈ ਕਿ ਹੁਣ ਜਿਵੇਂ ਜੇ ਵਕੇਸ਼ਨਸ ਦੇ ਵਿੱਚ ਸੁਣਵਾਈ ਹੁੰਦੀ ਹੈ, ਜਿਵੇਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਸਪੈਸ਼ਲ ਬੈਂਚ ਗਠਿਤ ਕਰ ਸਕਦੇ ਹਾਂ ਜਿਹੜਾ ਛੁੱਟੀਆਂ ਦੇ ਵਿੱਚ ਵੀ ਸੁਣਵਾਈ ਕਰੇਗਾ, ਤੇ ਜੇ ਸੁਣਵਾਈ ਹੁੰਦੀ ਹੈ ਤਾਂ ਉਮੀਦ ਹੈ ਅਗਲੇ ਦਿਨਾਂ 'ਚ ਇਹ ਮਾਮਲਾ ਹੱਲ ਵੱਲ ਵੱਧ ਸਕਦਾ। बिल्कुल विजय, तो फिलहाल की कुछ गलबात होंगी है, देखना काफी अहम है। शुक्रिया इस तमाम जानकारी दे लई। तो किसानां दा वफद जो है
ਉਹ ਵਕੀਲਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਰਵਾਨਾ ਹੋ ਗਿਆ ਹੈ ਤੇ ਹੁਣ ਵਕੀਲਾਂ ਦੇ ਨਾਲ ਚਰਚਾ ਕੀਤੀ ਜਾਵੇਗੀ ਕਿ ਆਖਿਰਕਾਰ ਕੋਰਟ 'ਚ ਆਪਣਾ ਪੱਖ ਕਿਸ ਤਰ੍ਹਾਂ ਕਿਸਾਨ ਰੱਖਣਗੇ। ਤੇ ਉਧਰ ਕਿਸਾਨੀ ਅੰਦੋਲਨ ਤੇ ਸੁਪਰੀਮ ਕੋਰਟ ਦੇ ਵਿੱਚ ਕੱਲ ਅਹਿਮ ਸੁਣਵਾਈ ਹੋਈ। ਇਸ ਦੌਰਾਨ ਕੀ ਕੁਝ ਹੋਇਆ, ਆਓ ਦੇਖਦੇ ਹਾਂ ਇਸ ਰਿਪੋਰਟ ਰਾਹੀਂ। ਜਿਹੜਾ ਸਰਕਾਰ ਤੇ ਕਿਸਾਨਾਂ ਦੇ ਦਰਮਿਆਨ ਬੰਦ ਪਈ ਗੱਲਬਾਤ ਦੇ ਵਿਚਾਲੇ ਸੁਪਰੀਮ ਕੋਰਟ ਦੇ ਜ਼ਰੀਏ ਕੋਈ ਰਸਤਾ ਲੱਭਣ ਦੀ ਜਦੋਜਹਿਦ ਸ਼ੁਰੂ ਹੋ ਗਈ ਹੈ, ਪਰ ਇੱਥੋਂ ਵੀ ਕੋਈ ਫਿਲਹਾਲ ਹੁਕਮ ਜਾਂ ਫੈਸਲਾ ਨਹੀਂ ਹੋਇਆ। ਸੁਪਰੀਮ ਕੋਰਟ ਨੇ 2 ਦਿਨ ਦੀ ਸੁਣਵਾਈ ਦੇ ਬਾਅਦ ਸਾਰੇ ਪੱਖਾਂ ਨੂੰ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਹੈ ਅਤੇ ਕਿਸਾਨਾਂ ਨੂੰ ਸੁਣਨ ਦੇ ਬਾਅਦ ਹੀ ਕੋਈ ਹੁਕਮ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਬੇਹੱਦ ਅਹਿਮ ਨੇ, ਖਾਸ ਕਰਕੇ ਵਿਰੋਧ ਪ੍ਰਦਰਸ਼ਨ ਨੂੰ ਕਿਸਾਨਾਂ ਦਾ ਮੌਲਿਕ ਅਧਿਕਾਰ ਦੱਸਣਾ। ਚੀਫ ਜਸਟਿਸ ਨੇ ਕਿਹਾ, ਅਸੀਂ ਪ੍ਰਦਰਸ਼ਨ ਦੇ ਅਧਿਕਾਰ ਨੂੰ ਮੰਨਦੇ ਹਾਂ, ਅਸੀਂ ਇਸ ਤੇ ਕੋਈ ਰੋਕ ਨਹੀਂ ਲਾਵਾਂਗੇ। ਅਸੀਂ ਸਪਸ਼ਟ ਕਰਦੇ ਹਾਂ ਕਿ ਅਸੀਂ ਕਾਨੂੰਨ ਦੇ ਵਿਰੋਧ ਵਿੱਚ ਮੌਲਿਕ ਅਧਿਕਾਰਾਂ ਨੂੰ ਮਾਨਤਾ ਦਿੰਦੇ ਹਾਂ। ਇਸ ਤੇ ਰੋਕ ਲਾਉਣ ਦਾ ਕੋਈ ਸਵਾਲ ਹੀ ਨਹੀਂ, ਪਰ ਇਸ ਨਾਲ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਦੇ ਨਾਲ ਹੀ ਚੀਫ ਜਸਟਿਸ ਦੀ ਇੱਕ ਹੋਰ ਟਿੱਪਣੀ ਵੀ ਧਿਆਨ ਖਿੱਚਦੀ ਹੈ, ਜੋ ਇੱਕ ਪਟੀਸ਼ਨਕਰਤਾ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਹਰੀਸ਼ ਸਾਲਵੇ ਦੀ ਉਸ ਦਲੀਲ ਤੇ ਆਈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਪ੍ਰਦਰਸ਼ਨ ਦੇ ਨਾਲ ਦਿੱਲੀ ਵਾਲਿਆਂ ਨੂੰ ਦਿੱਕਤ ਹੋ ਰਹੀ ਹੈ। ਇਸ ਤੇ ਚੀਫ ਜਸਟਿਸ ਨੇ ਕਿਹਾ, ਦਿੱਲੀ ਨੂੰ ਬਲੌਕ ਕਰਨ ਦੇ ਨਾਲ ਦਿੱਲੀ ਦੇ ਲੋਕ ਭੁੱਖੇ ਰਹਿ ਜਾਣਗੇ। ਜੇਕਰ ਕੋਈ ਚਰਚਾ ਨਹੀਂ ਹੋਵੇਗੀ ਤਾਂ ਮਕਸਦ ਪੂਰਾ ਨਹੀਂ ਹੋ ਸਕੇਗਾ। ਯਾਨੀ ਪ੍ਰਦਰਸ਼ਨ ਦੇ ਅਧਿਕਾਰ ਦੇ ਨਾਲ ਸੁਪਰੀਮ ਕੋਰਟ ਨੇ ਗੱਲਬਾਤ ਦੀ ਵੀ ਸਲਾਹ ਦੇ ਦਿੱਤੀ। ਇਸ ਸੁਣਵਾਈ ਦੇ ਵਿੱਚ ਕੋਰਟ ਨੇ ਕਿਹਾ, ਕੇਂਦਰ ਤੇ ਕਿਸਾਨਾਂ ਨੂੰ ਗੱਲ ਕਰਨੀ ਚਾਹੀਦੀ ਹੈ। ਅਸੀਂ ਸੋਚ ਰਹੇ ਹਾਂ ਕਿ ਇੱਕ ਸੁਤੰਤਰ ਕਮੇਟੀ ਬਣਾਈ ਜਾਏ, ਜਿਸ ਵਿੱਚ ਦੋਵੇਂ ਧਿਰਾਂ ਕਾਨੂੰਨ ਤੇ ਆਪਣੀ ਗੱਲ ਰੱਖ ਸਕਣ ਅਤੇ ਮੁੱਦੇ ਨੂੰ ਸੁਲਝਾਉਣ। ਸੁਤੰਤਰ ਕਮੇਟੀ ਦੇ ਵਿੱਚ ਪੀ ਸਾਈਨਾਥ, ਭਾਰਤੀ ਕਿਸਾਨ ਯੂਨੀਅਨ ਅਤੇ ਦੂਜੇ ਮੈਂਬਰ ਸ਼ਾਮਲ ਹੋ ਸਕਦੇ ਨੇ। ਸੁਣਵਾਈ ਦੇ ਵਿੱਚ ਪੰਜਾਬ ਦੇ ਵੱਲੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਮੰਨੇ ਪਰਮੰਨੇ ਵਕੀਲ ਪੀ ਚਿਦੰਬਰਮ ਪੇਸ਼ ਹੋਏ, ਜਿਨ੍ਹਾਂ ਨੇ ਗੱਲਬਾਤ ਦੇ ਲਈ ਕਮੇਟੀ ਦਾ ਸਵਾਗਤ ਕੀਤਾ। ਚਿਦੰਬਰਮ ਨੇ ਕਿਹਾ, ਸੂਬੇ ਨੂੰ ਕੋਰਟ ਦੇ ਇਸ ਸੁਝਾਅ ਤੇ ਕੋਈ ਇਤਰਾਜ਼ ਨਹੀਂ ਹੈ। ਕੁਝ ਲੋਕਾਂ ਦਾ ਸਮੂਹ ਕਿਸਾਨਾਂ ਅਤੇ ਕੇਂਦਰ ਦੇ ਵਿਚਾਲੇ ਗੱਲਬਾਤ ਕਰਵਾਏਗਾ। ਇਹ ਕਿਸਾਨਾਂ ਤੇ ਸਰਕਾਰ ਦਾ ਫੈਸਲਾ ਹੈ ਕਿ ਸਮਿਤੀ ਵਿੱਚ ਕੌਣ ਹੋਵੇਗਾ। सुनवाई के आखिरी दौर में सुप्रीम कोर्ट ने एक अहम सुझाव, बहुत ही पुरानी परंपरा रही है, हिंदी हो या पंजाबी या फिर गुजराती, लगभग सभी भाषाओं में ऐसे लेखन हुए हैं जिन्होंने अपने समय में लोगों के अंदर स्वदेश प्रेम की भावना को जागृत किया है और साथ ही विकसित भी किया है। मैं याद दिलाना चाहता हूं, प्राचीन काल में चाणक्य जैसे विद्वान रहे हैं जिन्होंने वारफेयर के बारे में लिखा है, जो कई दृष्टियों से आज भी पूरी तरह से रेलिवेंट है। वहीं आधुनिक भारत में देखें तो महात्मा गांधी, सुभाष चंद्र बोस, सरदार भगत सिंह और लाला लाजपत राय से लेकर प्रेमचंद, जयशंकर प्रसाद और माखनलाल चतुर्वेदी ने राष्ट्रीयता की जो अलख अपनी लेखनी से जगाई, वह आज भी पाठकों के हृदय को राष्ट्र प्रेम के प्रकाश से भर देती है। जयशंकर प्रसाद के एक कविता के पाठ का मैं यहां उल्लेख करना चाहूंगा। हिमाद्र तुंग तृंग से प्रबुद्ध शुद्ध भारती, हिमाद्र तुंग तृंग से प्रबुद्ध शुद्ध भारती, स्वयं प्रभा समुज्ज्वला स्वतंत्रता पुकारती। ऐसे उद्घोषों ने उस समय के युवाओं को एक नए जोश से भर दिया था। और इसी तरह गणेश शंकर विद्यार्थी और आगे चलकर पंडित दीनदयाल उपाध्याय जैसे पत्रकार भी हुए, जिन्होंने पत्रकारिता को राष्ट्रीयता की दिशा में आगे बढ़ाया। साथियों, मिलिट्री लिटरेचर को आम जन से जोड़ने के पीछे खुद मेरी भी गहरी रुचि रही और मेरी बड़ी इच्छा है कि हमारी आने वाली पीढ़ियां हमारे देश के इतिहास और खासकर जो बॉर्डर हिस्ट्री है, सीमाई इतिहास है, उसको जानें और समझें। और इसके लिए हमने डिफेंस मिनिस्ट्री का पद ग्रहण करने के साथ ही बाकायदा एक कमेटी गठित की है और यह हमारे बॉर्डर
हिस्ट्री और उससे जुड़े जितने युद्ध हुए हैं, सूरवीरों ने बलिदान दिए हैं और उनके समर्पण को सरल और सहज तरीके से लोगों के सामने लाने की दिशा में यह काम करे, इस दृष्टि से मैंने एक कमेटी का गठन भी किया है। रक्षा मंत्रालय से जुड़े थिंक टैंक, मिलिट्री स्ट्रेटेजी से भी जुड़ी रिसर्चेज, जर्नल्स और पीरियोडिकल्स का ऑफलाइन और ऑनलाइन यह प्रकाशन करते हैं ताकि इस विषय में रुचि रखने वाले लोगों तक ऐसी सामग्रियां मुफ्त में पहुंच सकें। इन सब का उद्देश्य यही होता है कि रिसर्चेज और जनता के बीच का यह गैप कम हो। समय समय पर मैं खुद इन कामों की समीक्षा करता रहता हूं और जो भी आवश्यक दिशा निर्देश होते हैं वह भी देता रहता हूं। मेरा प्रयास रहता है कि हमारे देश की जनता अलग अलग स्तरों पर हमारी सेनाओं और राष्ट्रीय सुरक्षा से जुड़ी चीजों को अच्छी तरह से समझें और यथासंभव उसमें अपना योगदान भी दें। इसके अलावा हमारी सेनाओं की लीडरशिप द्वारा लिखी गई बुक्स जैसे जनरल बीपी मलिक की कारगिल, लेफ्टिनेंट जनरल हरबख्श सिंह जी की वार डिस्पैचेस और रचना बिष्ट रावत जी की द ब्रेव जैसी किताबें न केवल सेना से जुड़े लोगों बल्कि उससे बाहर भी बहुत ही लोकप्रिय हुई हैं। इनमें एक दो पुस्तक पढ़ने का भी मुझे अवसर प्राप्त हुआ है। ऐसे में यह फेस्टिवल एक साथ हमें उन लिटरेचर से जुड़ने का मौका देता है जो अपने आप में नॉलेज और एक्सपीरियंस का भंडार है। साथियों, इस साल का यह आयोजन तो और भी खास हो जाता है जब हमारा पूरा देश 1971 के युद्ध का स्वर्णिम वर्ष मना रहा है और इस युद्ध में हमारी सेनाओं ने अपने शौर्य और पराक्रम का जो प्रदर्शन किया था वह आज भी हमारे लिए एक उदाहरण प्रस्तुत करता है। हमारे अनेक ऐसे वेटरन साथी होंगे जो इस संग्राम के स्वयं साक्षी थे। यहां मैं अपने युवा साथियों से कहना चाहूंगा कि आप सभी हमारे वेटरन से उनके अनुभवों को जानने का कोई मौका न छोड़ें। हमारे युवा ये पाएंगे कि उनके रियल एक्सपीरियंसेस के सामने मोबाइल में खेले जाने वाले वार गेम्स की कोई अहमियत नहीं है। हमारे वेटरन्स इन अनुभवों के जीते जागते एक दस्तावेज हैं और चलते फिरते स्वयं में वह एक इंस्टीट्यूशन है। मैं इस फेस्टिवल में होने वाले इवेंट्स को, खासकर पैनल डिस्कशन के विषयों को देख रहा था तो मुझे लगा कि इसका दायरा केवल मिलिट्री तक ही सीमित नहीं है बल्कि मिलिट्री के साथ साथ यह हमारे पूरे भारतीय राष्ट्रीय सांस्कृतिक परिदृश्य को अपने अंदर समेटता है। साथियों, डिफेंस और स्ट्रेटजी से जुड़े विषयों के साथ साथ देश की संस्कृति, जय जवान जय किसान, आत्मनिर्भरता और बॉलीवुड जैसे विषयों पर संवाद इस आयोजन को बहुत ही व्यापक बना देते हैं। इसके अलावा जोश और जज्बा वाले मिलिट्री कॉम्बैट एपिसोड्स, ऑफ रोडिंग शो, बर्ड वॉचिंग, विंटेज कार रैली और सारागढ़ी युद्ध पर लाइट एंड साउंड शो, आर्मी डॉग डिस्प्ले जैसे अनेक अलग अलग शोज विविधता में एकता की भावना को भी एक्सप्रेस करते हैं। यह सब वाकई इस आयोजन को ग्रेटेस्ट लिटरेचर शो इन इंडिया बना देते हैं। साथियों, एक और दृष्टिकोण से यह आयोजन मुझे बहुत महत्वपूर्ण लगता है कि जैसे जैसे समय बदल रहा है, खतरों और युद्धों के चरित्र में भी बदलाव आ रहा है। भविष्य में और भी सुरक्षा से जुड़े मुद्दे हमारे सामने आ सकते हैं। धीरे धीरे संघर्ष इतना व्यापक होता जा रहा है जिसकी पहले कभी कल्पना भी नहीं की गई थी। साइबर स्पेस, बायोलॉजिकल और इंफॉर्मेशन डोमेन में भी अब इसकी जद में आ गए हैं। आज मोबाइल की मारक क्षमता मिसाइल की मारक क्षमता से भी कहीं आगे बढ़ चुकी है। दुश्मन सीमा पार किए बिना हमारे लोगों तक अपनी पहुंच बना सकता है। ऐसे में हम सबको बिना वर्दी वाली सेना की भूमिका में भी अनिवार्य रूप से उतरना है और मेरा लेखक साथियों से आग्रह है कि वे इन विषयों पर भी
अपनी कलम की ताकत का पूरा उपयोग करें। हम सभी इन खतरों से सचेत रहें, किसी भी गलत और भ्रामक सूचना से बचें और औरों को भी बचाएं। इस तरह के उत्सव इस काम में एक बड़ी भूमिका निभा सकते हैं। आयोजकों से मैं यही अंत में कहना चाहूंगा कि आगामी फेस्टिवल में आप लोग इसे थीम के रूप में रखें और आम जनता को इसके बारे में जागरूक करने का भी प्रयास करें। और साथियों, हमारे यहाँ लिटरेरी और फिल्म फेस्टिवल का ट्रेंड तो रहा है, पर मिलिट्री लिटरेचर फेस्टिवल अपने आप में बिल्कुल एक नई शुरुआत है। इसकी सफलता इसके प्रारंभ हो जाने में ही है। मैं आगे इसकी और अधिक सफलता की शुभकामनाएं देते हुए अपना निवेदन समाप्त करता हूं। आप सबको बहुत बहुत धन्यवाद। जय हिंद। Thank you so much, sir. Now I request His Excellency the Governor of Punjab, Shri B.P. ਤਾਂ ਚੰਡੀਗੜ੍ਹ 'ਚ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਗਾਜ਼ ਹੋ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਇਸ ਦਾ ਆਗਾਜ਼ ਕੀਤਾ ਗਿਆ। ਵਰਚੁਅਲ ਤਰੀਕੇ ਦੇ ਨਾਲ ਕੋਰੋਨਾ ਕਾਰਨ ਇਹ ਸਮਾਗਮ ਹੋ ਰਿਹਾ ਹੈ। ਫਿਲਹਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।